Hello students, this is Ajitpal Singh from Apollo Academy Sangrur, and today we will discuss about velocity time graph. In the previous lectures we have been come to the distance time graph, in which we have discussed various times of distance and time graph, in which we have discussed the constant motion, that is at constant speed, and the uniform motion, and also the variable speed motion, and also in rest, the body in rest. Today we will discuss about how velocity and time graph comes into play and why it is important. ਤਾਂ ਬੇਟਾ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਗੱਲ ਪਤਾ ਵੀ ਜਿਹੜਾ velocity ਤੇ time ਦੇ ਵਿੱਚ ਰਿਲੇਸ਼ਨ ਹੈ ਉਹਨੂੰ ਆਪਾਂ ਕੀ ਕਹਿੰਦੇ ਆ ਐਕਸਲਰੇਸ਼ਨ। ਐਕਸਲਰੇਸ਼ਨ ਕਿਹਾ ਜਾਂਦਾ ਉਹ। ਇਹਦਾ ਮਤਲਬ ਜੇ ਆਪਾਂ ਵੈਲੋਸਿਟੀ ਤੇ ਟਾਈਮ ਦਾ ਗ੍ਰਾਫ ਬਣਾਵਾਂਗੇ ਤਾਂ ਆਪਣੇ ਕੋਲ ਆਊਟਕਮ ਚ ਕੀ ਆਊਗਾ? ਨੰਬਰ 1 ਐਕਸਲਰੇਸ਼ਨ ਆਊਗੀ। ਇਹ ਤਾਂ ਪੱਕੀ ਚੀਜ਼ ਆ ਵੀ ਵੈਲੋਸਿਟੀ ਟਾਈਮ ਗ੍ਰਾਫ ਦਾ ਜਦੋਂ ਆਪਾਂ ਕੁਝ ਕੈਲਕੂਲੇਟ ਕਰਨ ਲੱਗਾਂਗੇ ਇੱਕ ਪਾਰਟਿਕੂਲਰ ਪੁਆਇੰਟ ਤੇ ਤਾਂ ਉਹ ਪੁਆਇੰਟ ਆਪਾਂ ਨੂੰ ਕੀ ਗਿਵਨ ਕਰੂਗਾ? ਐਕਸਲਰੇਸ਼ਨ ਕੀ ਦੇਊਗਾ। ਪਰ ਇਹਦੇ ਨਾਲ ਇੱਕ ਬਹੁਤ ਹੀ ਚੰਗੀ ਤੇ ਇੱਕ ਬਹੁਤ ਹੀ ਸੋਹਣੀ ਗੱਲ ਹੋਰ ਆ ਵੀ ਜਿਹੜਾ ਵੈਲੋਸਿਟੀ ਟਾਈਮ ਗ੍ਰਾਫ ਹੈ ਇਹ ਐਕਸਲਰੇਸ਼ਨ ਦੇ ਨਾਲ ਆਪਾਂ ਨੂੰ ਡਿਸਟੈਂਸ ਕਵਰਡ ਵੀ ਦੇ ਦਿੰਦਾ। ਤਾਂ ਇਹ ਸੈਕੰਡ ਥਿੰਗ ਆ ਜਿਹੜੀ ਐਕਸਲਰੇਸ਼ਨ ਵੈਲੋਸਿਟੀ ਟਾਈਮ ਗ੍ਰਾਫ ਆਪਾਂ ਨੂੰ ਪ੍ਰੋਵਾਈਡ ਕਰਦਾ, ਉਹ ਆਪਾਂ ਨੂੰ ਡਿਸਟੈਂਸ ਕਵਰਡ ਵੀ ਪ੍ਰੋਵਾਈਡ ਕਰ ਦਿੰਦਾ। ਮਤਲਬ ਇੱਕ ਤੀਰ ਨਾਲ ਦੋ ਨਿਸ਼ਾਨੇ। ਠੀਕ ਹੈ। ਵੈਲੋਸਿਟੀ ਟਾਈਮ ਗ੍ਰਾਫ ਦੇਖੋ, ਡਿਸਟੈਂਸ ਟਾਈਮ ਗ੍ਰਾਫ ਦੀ ਇੱਕ ਲਿਮਿਟੇਸ਼ਨ ਸੀ, ਉੱਥੋਂ ਆਪਾਂ ਨੂੰ ਐਕਸਲਰੇਸ਼ਨ ਨਹੀਂ ਪਤਾ ਲੱਗਦੀ ਸੀ। ਇਹ ਤੁਸੀਂ ਮੰਨਦੇ ਹੋ? ਆਪਾਂ ਨੂੰ ਜਸਟ ਵੈਲੋਸਿਟੀ ਪਤਾ ਲੱਗ ਜਾਂਦੀ ਸੀ, ਠੀਕ ਹੈ, ਡਿਸਟੈਂਸ ਪਤਾ ਲੱਗ ਜਾਂਦਾ ਸੀ। ਪਰ ਜਿਹੜੀ ਫਿਜ਼ੀਕਲ ਕੁਆਂਟੀਟੀ ਬੇਟਾ ਐਕਸਲਰੇਸ਼ਨ ਆ ਉਹ ਤਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਠੀਕ ਹੈ। ਤਾਂ ਉਹਦੇ ਲਈ ਆਪਾਂ ਨੂੰ ਕੀ ਕਰਨਾ ਪਿਆ? ਵੈਲੋਸਿਟੀ ਟਾਈਮ ਗ੍ਰਾਫ ਬਣਾਉਣਾ ਪਿਆ। ਤੇ ਵੈਲੋਸਿਟੀ ਟਾਈਮ ਗ੍ਰਾਫ ਹੁਣ ਕੀ ਕਰ ਰਿਹਾ? ਡਿਊਲ ਪਰਪਸ ਸ਼ੋ ਕਰ ਰਿਹਾ। ਨੰਬਰ 1 ਉਹ ਆਪਾਂ ਨੂੰ ਐਕਸਲਰੇਸ਼ਨ ਪ੍ਰੋਵਾਈਡ ਕਰ ਰਿਹਾ, ਨੰਬਰ 2 ਆਪਾਂ ਨੂੰ ਡਿਸਟੈਂਸ ਕਵਰਡ ਵੀ ਪ੍ਰੋਵਾਈਡ ਕਰ ਰਿਹਾ। ਡਿਸਟੈਂਸ ਕਵਰਡ ਪ੍ਰੋਵਾਈਡ ਕਰ ਰਿਹਾ, ਐਕਸਲਰੇਸ਼ਨ ਪ੍ਰੋਵਾਈਡ ਕਰ ਰਿਹਾ। ਵੈਲੋਸਿਟੀ ਦਾ ਉਹਦੇ ਵਿੱਚ ਆਪਾਂ ਇੱਕ ਐਕਸਿਸ ਦੇ ਅਰਾਊਂਡ ਲੈਣੀ ਆ। ਕਿਹੜੇ ਐਕਸਿਸ ਦੇ ਅਰਾਊਂਡ ਲਵਾਂਗੇ? ਵਾਈ ਐਕਸਿਸ ਤੇ ਲਵਾਂਗੇ ਵੈਲੋਸਿਟੀ। ਤਾਂ ਟਾਈਮ ਆਪਾਂ ਲਵਾਂਗੇ ਐਕਸ ਐਕਸਿਸ ਦੇ ਅਕ੍ਰੋਸ। ਠੀਕ ਹੈ। ਤਾਂ ਆਪਾਂ ਨੂੰ ਵੈਲੋਸਿਟੀ ਟਾਈਮ ਗ੍ਰਾਫ ਤੋਂ ਜ਼ਿਆਦਾ ਇਨਫੋਰਮੇਸ਼ਨ ਪਤਾ ਲੱਗਦੀ ਆ। ਹੁਣ ਇਹ ਚੀਜ਼ ਤੁਹਾਨੂੰ ਪਤਾ ਲੱਗ ਜੂ ਵੀ ਐਕਸਲਰੇਸ਼ਨ ਆਪਾਂ ਕਿਵੇਂ ਕੱਢ ਲੈਂਦੇ ਆ। ਉਦੋਂ ਬਾਅਦ ਆਪਾਂ ਡਿਸਕਸ ਕਰਾਂਗੇ ਵੀ ਆਪਾਂ ਡਿਸਟੈਂਸ ਕਵਰਡ ਕਿਵੇਂ ਕੱਢ ਸਕਦੇ ਹਾਂ ਵੈਲੋਸਿਟੀ ਟਾਈਮ ਗ੍ਰਾਫ ਚੋਂ। ਠੀਕ ਹੈ। ਤਾਂ ਮੈਂ ਬਹੁਤ ਹੀ ਸਿੰਪਲ ਗ੍ਰਾਫ ਬਣਾਉਣਾ ਤੁਹਾਡੇ ਸਾਹਮਣੇ। ਅਗੇਨ ਤੁਹਾਨੂੰ ਪਤਾ origin ਪਾਰਟੀਸ਼ਨਾਂ ਸੇਮ ਰੱਖਣੀਆਂ ਨੇ, ਇਕੁਅਲ ਇਨ ਲੈਂਥ। ਹਾਂਜੀ, ਇਹਦੇ ਅਕ੍ਰੋਸ ਕੀ ਲਓਗੇ ਤੁਸੀਂ? ਦੱਸੋ ਕੀ ਲਓਗੇ ਇਹਦੇ ਅਕ੍ਰੋਸ? ਇਹਦੇ ਅਕ੍ਰੋਸ ਤੁਸੀਂ ਲਓਗੇ ਟਾਈਮ, ਨਾਲ ਲਿਖਣਾ ਹੋਊਗਾ ਇਨ ਸੈਕਿੰਡ। ਵਾਈ? ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ 'ਚ ਦੇ ਸਕਦੇ ਹੋ ਵੀ ਸਰ ਆਪਾਂ ਐਕਸ ਐਕਸਿਸ ਦੇ ਅਕ੍ਰੋਸ ਟਾਈਮ ਕਿਉਂ ਲਿਆ। ਨੈਕਸਟ ਵਾਈ ਐਕਸਿਸ ਦੇ ਅਕ੍ਰੋਸ ਤੁਸੀਂ ਕੀ ਲਓਗੇ? ਵੈਲੋਸਿਟੀ ਇਨ ਮੀਟਰ ਪਰ ਸੈਕਿੰਡ। ਵਾਈ? ਇਹਦਾ ਆਨਸਰ ਵੀ ਤੁਸੀਂ ਮੈਨੂੰ ਕਮੈਂਟਸ ਦੇ ਸਕਦੇ ਹੋ ਬੇਟਾ। ਇਹ ਦੋ ਕੁਐਸਚਨ ਮੈਂ ਤੁਹਾਡੇ ਤੋਂ ਪੁੱਛੇ ਨੇ ਤਾਂ ਦੋਨਾਂ ਦਾ ਆਨਸਰ ਤੁਹਾਡੇ ਕੋਲ ਹੋਣਾ ਚਾਹੀਦਾ। ਇਹਦੇ ਵੀ ਆਪਾਂ ਇਕੁਅਲ ਡਿਸਟੈਂਸ ਪਾਰਟੀਸ਼ਨਸ ਰੱਖਾਂਗੇ। ਠੀਕ ਹੈ। ਇਹਦੀਆਂ ਪਾਰਟੀਸ਼ਨਸ ਵੀ ਆਪਾਂ ਇਕੁਅਲ ਡਿਸਟੈਂਸ ਰੱਖਣੀਆਂ ਨੇ। ਚਲੋ ਰੀਡਿੰਗ ਦੇ ਦਿਓ 1 2 3 4 5 6 7 and 8 1 2 3 4 5 6 7। ਸਭ ਤੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਬਣਾ ਰਿਹਾਗਾ ਯੂ ਕੈਨ ਸੇ, ਸਭ ਤੋਂ ਪਹਿਲੀ ਜਿਹੜੀ ਚੀਜ਼ ਮੈਂ ਤੁਹਾਨੂੰ ਸਮਝਾਊਂਗਾ ਉਹ ਹੈ ਜ਼ੀਰੋ ਐਕਸਲਰੇਸ਼ਨ। ਹੁਣ ਤੁਸੀਂ ਕਹੋਗੇ ਸਰ ਜ਼ੀਰੋ ਐਕਸਲਰੇਸ਼ਨ ਦਾ ਮਤਲਬ ਕੀ? ਦੈਟ ਇਜ਼ ਦ ਬੋਡੀ ਇਜ਼ ਮੂਵਿੰਗ ਬਟ ਦੇਰ ਇਜ਼ ਨੋ ਚੇਂਜ ਆਫ ਵੈਲੋਸਿਟੀ। ਕੌਨਸਟੈਂਟ ਵੈਲੋਸਿਟੀ ਤੇ ਜਾ ਰਿਹਾ ਤਾਂ ਜ਼ੀਰੋ ਐਕਸਲਰੇਸ਼ਨ ਦਾ ਗ੍ਰਾਫ ਤੁਹਾਡੇ ਹਿਸਾਬ ਨਾਲ ਕੀ ਬਣੂਗਾ? ਮੰਨ ਲਓ ਮੈਂ ਮੋਸ਼ਨ 'ਚ ਆ, ਮੈਂ ਕੀ 'ਚ ਆ? ਮੋਸ਼ਨ 'ਚ ਆ, ਤੇ ਮੈਂ 4 ਮੀਟਰ ਪਰ ਸੈਕਿੰਡ ਦੀ ਸਪੀਡ ਨਾਲ ਜਾ ਰਿਹਾ। ਕਿਹੜੀ ਸਪੀਡ ਨਾਲ ਜਾ ਰਿਹਾ ਬੇਟਾ ਜੀ? 4 ਮੀਟਰ ਪਰ ਸੈਕਿੰਡ। ਮੈਂ ਪਹਿਲੇ ਸੈਕਿੰਡ ਵੀ 4 ਮੀਟਰ ਪਰ ਸੈਕਿੰਡ ਦੀ ਸਪੀਡ ਨਾਲ ਗਿਆ, ਦੂਜੇ ਸੈਕਿੰਡ ਵੀ 4 ਮੀਟਰ ਪਰ ਸੈਕਿੰਡ ਦੀ ਸਪੀਡ ਨਾਲ ਗਿਆ, ਤੀਜੇ ਸੈਕਿੰਡ ਵੀ 4 ਮੀਟਰ ਪਰ ਸੈਕਿੰਡ ਦੀ ਸਪੀਡ ਨਾਲ ਗਿਆ, ਚੌਥੇ ਸੈਕਿੰਡ ਵੀ 4 ਮੀਟਰ ਪਰ ਸੈਕਿੰਡ ਦੀ ਸਪੀਡ ਨਾਲ ਗਿਆ। ਇਟ ਮੀਨਸ ਮੈਂ ਚੱਲ ਰਿਹਾ ਸੀ 4 ਮੀਟਰ ਪਰ ਸੈਕਿੰਡ ਦੀ ਸਪੀਡ ਨਾਲ। हाँ ये मैं उदों ही चल रहा सी जदों अजे मैं मैजर करना शुरू नहीं किया सी।
हजे मैं आपकी स्पीड मैजर करनी शुरू नहीं की सी, बट आई वॉज ऑलरेडी इन मोशन। 0 सैकेंड ते मैं 4 मीटर पर सैकेंड की स्पीड ते सी, 1 सैकेंड ते मैं फिर 4 मीटर पर सैकेंड की स्पीड ते होया, 2 सैकेंड ते मैं फिर 4 मीटर पर सैकेंड की स्पीड ते, 3 सैकेंड ते अगेन 4 मीटर पर सैकेंड, 4th सैकेंड अगेन 4 मीटर पर सैकेंड, 5th सैकेंड अगेन 4 मीटर पर सैकेंड, 6th सैकेंड अगेन 4 मीटर पर सैकेंड। तो जी मेरे को एक स्ट्रेट लाइन आ रही है, दिस इज द ग्राफ फॉर जीरो एक्सेलरेशन। माई बॉडी इज नॉट एक्सेलरेटिंग एट ऑल, क्यों? वेलोसिटी नहीं चेंज हो रही। एक्सेलरेशन की है? एक्सेलरेशन इज A is equal to V minus U upon T, you know very well। ਆਪਾਂ ਕੀਤਾ ਇਹਦਾ ਤਾਂ ਡੈਰੀਵੇਸ਼ਨ ਵੀ ਕੀਤੀ ਆਪਾਂ, ਠੀਕ ਹੈ। A is equal to V minus U upon T है। V ਕੀ ਹੈ ਬੇਟਾ? ਫਾਈਨਲ ਵੈਲੋਸਿਟੀ। ਫੋਰ ਐਗਜ਼ਾਮਪਲ ਮੈਂ ਆ ਹਿੱਸਾ ਲੈਣਾ, 0 ਤੋਂ ਲੈ ਕੇ 1 ਸੈਕਿੰਡ ਵਿਚਲਾ ਹਿੱਸਾ ਲੈਣਾ, ਇੱਥੇ V ਕਿੰਨੀ ਆ? 4 ਮੀਟਰ ਪਰ ਸੈਕਿੰਡ। U ਕਿੰਨੀ ਹੈ ਬੇਟਾ? ਉਹ ਵੀ 4 ਮੀਟਰ ਪਰ ਸੈਕਿੰਡ। ਟਾਈਮ ਕਿੰਨਾ ਹੋਇਆ? 1 ਸੈਕਿੰਡ। ਤਾਂ 4 minus 4 by 1 minus 0 comes to be 0 by 1 comes to be 0 meter per second square acceleration, A1 acceleration। It was between point A, B। Now C, D, E, F, G। ਹੁਣ मैं B ਤੇ C ਦੇ ਵਿੱਚ acceleration find out ਕਰਦਾ। acceleration between B and C ਉਹ ਕਿੰਨੀ ਆਊਗੀ ਬੇਟਾ? फाइनल वेलोसिटी एट C कितनी है? 4 मीटर पर सेकंड। इनिशियल वेलोसिटी भी कितनी सी? 4 मीटर पर सेकंड। बाय टाइम, टाइम चेंज करना है बेटा जी, 2 minus 1 आया, 2 minus 1 इज इक्वल टू 0 by 1 इज इक्वल टू 0 मीटर पर सेकंड स्क्वायर। ਐਵੇਂ ਤੁਸੀਂ ACD एंड ADE ਇਹ फाइंड आउट करके मैं दसो की आऊगा। तो एट द एंड ਤੁਸੀਂ फाइंड आउट करोगे ਇਹ ਟੋਟਲ ਜਿਹੜਾ ਮੈਂ ਪਾਥ ਕਵਰ ਕੀਤਾ ਇਹਦੇ ਵਿੱਚ ਕੀ ਆ ਰਿਹਾ ਹੈਗਾ? ਇਹਦੇ ਵਿੱਚ ਕੁਝ ਨਹੀਂ ਆ ਰਿਹਾ ਬੇਟਾ, ਇਹਦੇ ਵਿੱਚ ਸਾਰਿਆਂ 'ਚ ਜਿਹੜੀ ਐਕਸਲਰੇਸ਼ਨ ਆ ਰਹੀ ਆ ਉਹ ਕੀ ਆ ਰਹੀ ਆ? 0 ਮੀਟਰ ਪਰ ਸੈਕਿੰਡ ਸਕੁਅਰ। ਕਿਉਂ ਆ ਰਹੀ ਹੈ ਇਹ ਬੇਟਾ? ਤਾਂ ਆ ਰਹੀ ਆ ਕਿਉਂਕਿ ਬੋਡੀ ਐਕਸਲਰੇਟ ਹੀ ਨਹੀਂ ਕਰ ਰਹੀ, ਬੋਡੀ ਦੀ ਵੈਲੋਸਿਟੀ 'ਚ ਚੇਂਜ ਹੀ ਨਹੀਂ ਆ ਰਿਹਾ, ਬਿਕੋਜ਼ ਐਕਸਲਰੇਸ਼ਨ ਇਜ਼ ਚੇਂਜ ਇਨ ਵੈਲੋਸਿਟੀ। ਠੀਕ ਹੈ ਜੀ, ਇਹ ਫਸਟ ਕੁਐਸਚਨ ਹੋ ਗਿਆ। ਹੁਣ ਤੁਸੀਂ ਕਹੋਗੇ ਸਰ ठीक है एक्सेलरेशन आप फाइंड आउट कर ली, ਆਪਾਂ ਨੂੰ ਪਤਾ ਲੱਗ ਗਿਆ ਸੀ ਵੀ ਆਪਾਂ y एक्सिस ਤੇ ਜਿਹੜੀ ਰੀਡਿੰਗ ਆਉਂਦੀ ਆ ਉਹਨੂੰ ਜਦ ਆਪਾਂ x एक्सिस ਦੀ ਰੀਡਿੰਗ ਨਾਲ ਡਿਵਾਈਡ ਕਰਦੇ ਆ ਤਾਂ ਆਪਣੇ ਕੋਲ ਵੈਲੋਸਿਟੀ ਅਪੋਨ ਟਾਈਮ ਆਉਂਦਾ, ਜਿਹਨੂੰ ਆਪਾਂ ਐਕਸਲਰੇਸ਼ਨ ਕਹਿੰਦੇ ਆ। ਇਹ ਚੀਜ਼ ਕੀਤੀ ਆ ਨਾ ਆਪਾਂ, ਠੀਕ ਹੈ। y एक्सिस ਉੱਪਰ ਰੱਖਣਾ ਹੁੰਦਾ, x एक्सिस ਨੀਚੇ ਰੱਖਣਾ ਹੁੰਦਾ। ਜਿਹੜਾ ਆਊਟਕਮ ਆਉਂਦਾ ਬੇਟਾ ਵੈਸੇ ਉਹਨੂੰ ਸਲੋਪ ਕਹਿੰਦੇ ਨੇ। ਸਲੋਪ ਦਾ ਮਤਲਬ ਹੁੰਦਾ ਢਲਾਣ, ਸਲੋਪ ਦਾ ਮਤਲਬ ਹੁੰਦਾ ਢਲਾਣ। ਹੁਣ ਇਸ ਲਾਈਨ ਦੀ ਸਲੋਪ ਕਿੰਨੀ ਆ ਹੌਰੀਜ਼ੌਂਟਲ ਦੇ ਹਿਸਾਬ ਨਾਲ? 0। ਤਾਂ ਆਪਾਂ ਨੂੰ ਇੱਥੋਂ ਵੀ ਸਿੱਧਾ ਪਤਾ ਲੱਗ ਗਿਆ ਵੀ ਜੇ ਕਿਸੇ ਚੀਜ਼ ਦੀ ਸਲੋਪ 0 ਆ, ਇਹਦਾ ਮਤਲਬ ਵੈਲੋਸਿਟੀ ਟਾਈਮ ਗ੍ਰਾਫ ਦੇ ਵਿੱਚ ਉਹ 'ਚ ਕੀ ਆ? ਐਕਸਲਰੇਸ਼ਨ 0 ਹੈ, ਉਹ 'ਚ ਐਕਸਲਰੇਸ਼ਨ ਕੀ ਹੈ? 0। ਇਹ ਹਮੇਸ਼ਾ ਯਾਦ ਰੱਖਣਾ, ਚੇਂਜ ਇਨ y एक्सिस ਅਪੋਨ ਚੇਂਜ ਇਨ x एक्सिस ਕਰਨਾਗਾ ਹਮੇਸ਼ਾ। y एक्सिस ਵਾਲਾ ਉੱਪਰ ਰੱਖਣਾਗਾ ਨਿਊਮੀਨੇਟਰ ਦੇ ਵਿੱਚ, x एक्सिस ਵਾਲਾ ਨੀਚੇ ਰੱਖਣਾਗਾ। ਇਹ ਰੂਲ ਹੈ ਬੇਟਾ, ਠੀਕ ਹੈ। जिन्ने भी ग्राफ करोगे सारे दे विच यही चीज़ करनी है तुसीं। नैक्सट आ जाओ, ਇਹਦਾ मैं एक्सलरेशन फाइंड आउट कर ली। नाउ क्वेश्चन अराइजेस, मैं तुहानूं एक चीज़ होर कही सी, मैं तुहानूं एक चीज़ होर कही सी भी मैं डिस्टेंस कवर्ड कर सकदा। मैं की कर सकदा? ये तो डिस्टेंस कवर्ड ड्यूरिंग मोशन। ਉਹ ਮੈਂ ਪੁੱਤਰ ਜੀ ਕਿਵੇਂ ਕੱਢ ਸਕਦਾ? ਮੈਨੂੰ ਪਤਾ ਵੈਲੋਸਿਟੀ ਆ ਮੀਟਰ ਪਰ ਸੈਕਿੰਡ। ਮੈਨੂੰ ਇੱਕ ਚੀਜ਼ ਪਤਾ, ਵੈਲੋਸਿਟੀ ਇਜ਼ ਇਕੁਅਲ ਟੂ ਕੀ ਹੁੰਦਾ ਪੁੱਤਰ? ਵੈਲੋਸਿਟੀ ਇਜ਼ ਇਕੁਅਲ ਟੂ डिस्टेंस अपॉन टाइम ਹੁੰਦਾ, डिस्प्लेसमेंट अपॉन टाइम। ਜੇ मैं इत्थों एक चीज़ ਕੱਢਣ ਦੀ कोशिश करा v इंटू टी इज इक्वल टू एस, लो जी ਇਹ पता मैनू की कह रहा है फॉर्मूला? ਇਹ मैनू कहना जे तुसी वेलोसिटी नू जिन्नी वेलोसिटी दी रीडिंग आ उस नू जिन्नी टाइम दी रीडिंग आ ਉਹਦੇ ਨਾਲ मल्टीप्लाई कर दो तो तुहानू की आ जाऊगा? डिस्टेंस आ जाऊगा। हाँ जी, इत्थे वेलोसिटी दी रीडिंग देखो की आ 4, थ्रू आउट 4 है। थ्रू आउट की है पुत्र जी 4। तो इत्थों मैं लिख सकदा ग्राफ चों देख के
4 मीटर पर सेकंड इनटू टाइम की रीडिंग की 6 सेकंड 6 सेकंड कम्स टू बी 4 6 जा 24 मीटर पर सेकंड इनटू सेकंड मीटर पर सेकंड इनटू सेकंड सेकंड नाल सेकंड कैंसल्स 24 मीटर दिस इज व्हाट दिस इज डिस्टेंस ये डिस्टेंस आ गया ਇਹਦਾ मतलब ਜੇ ਤੁਹਾਨੂੰ ਗ੍ਰਾਫ ਬਣਾਉਣਾ ਆਉਂਦਾ ਤੇ ਤੁਹਾਨੂੰ ਗ੍ਰਾਫ ਪੜ੍ਹਨਾ ਆਉਂਦਾ ਤੇ ਜੇ ਵੈਲੋਸਿਟੀ ਟਾਈਮ ਗ੍ਰਾਫ ਗਿਵਨ ਆ ਤਾਂ ਤੁਸੀਂ ਨੰਬਰ 1 ਐਕਸਲਰੇਸ਼ਨ ਫਾਈਂਡ ਆਊਟ ਕਰ ਸਕਦੇ ਹੋ ਨੰਬਰ 2 डिस्टेंस फाइंड आउट कर सकते हो एक्सेलरेशन किवें फाइंड आउट करोगे चेंज इन वाई एक्सिस अपॉन चेंज इन एक्स एक्सिस करके डिस्टेंस फाइंड आउट किवें करोगे बेटा वाई एक्सिस इनटू एक्स एक्सिस करके बट ये तो एक स्केयर सी ये अपने कोल किस दी शो हो रहा ये अपन रेक्टेंगल शो हो रहा मतलब लेंथ इनटू ब्रेडथ की आप लेंथ की सी दिस ब्रेडथ की सी दिस ਇਹਦਾ मतलब जिन्ना एरिया होगा ना ग्राफ के अंडर की बेटा जिन्ना एरिया ग्राफ के अंडर होगा उन्ना डिस्टेंस कवर होगा तो इत्थे कहा जाता होंदा एरिया ऑफ ये चीज मार्क कर लो ये लिख लो एरिया कवर्ड बाय किहदे द्वारा कवर्ड वेलोसिटी टाइम curve is distance covered by the body in motion ਜਿਹੜੀ ਬੋਡੀ ਦੀ ਗੱਲ ਆਪਾਂ ਕਰ ਰਹੇ ਹਾਂ ਵੈਲੋਸਿਟੀ ਟਾਈਮ ਗ੍ਰਾਫ ਦੇ ਵਿੱਚ ਜਦੋਂ ਆਪਾਂ उस बॉडी का जी करव है करव का मतलब जी लाइन है वो अंडर आप एरिया कढ़ते हैं भी कितना एरिया ऑक्यूपाई होया वो आपको की प्रोवाइड करता बेटा वो आपको प्रोवाइड करता डिस्टेंस तो ये लाइन है जी कमिट टू मैमरी कर लो वैरी इंपॉर्टेंट लाइन थोड़ा सारा जो फस्ट चैप्टर है वो इस लाइन के उत्ते अगे बेस्ड है तो अपने सिर्फ 3 चीज़ां रह गई हुण अपने को अपना ऑलमोस्ट कंप्लीट है 3 लैक्चर के अपना चैप्टर कंप्लीट हो चुका ठीक है तो वो 3 लैक्चर में चैप्टर कंप्लीट होने तो बाद ये लाइन तुसी सारी लाइफ याद रखियो जो तुसी नॉन मैडिकल या मैडिकल लैन की सोच रहे हो वैसे तो सारा कुछ ही याद रखना पऊगा तुहानूं ठीक है चलो बेटा ये तो गल सी जीरो एक्सलरेशन की कॉन्सटेंट वेलोसिटी की जीरो एक्सलरेशन का मतलब की है बेटा कॉन्सटेंट वेलोसिटी जीरो एक्सलरेशन का मतलब है कॉन्सटेंट वेलोसिटी चलो मैं इनू रब कर दिना आप अगे गल करते हैं यूनीफॉर्म एक्सलरेशन की किहदी गल की करांगे बेटा जी आप यूनीफॉर्म एक्सलरेशन यूनीफॉर्म एक्सलरेशन मतलब कॉन्स्टेंट एक्सलरेशन विच शुड बी नॉट बी जीरो मतलब कि मतलब वेलोसिटी इज चेंजिंग एट अ यूनीफॉर्म रेट वेलोसिटी इज चेंजिंग एट अ यूनीफॉर्म रेट चलो आप ग्राफ द्वारा ड्रा करते हैं 1 2 4 5 6 7 8 9 10 11 12 13 1 2 3 4 5 7 8 9 10 11 12 that's it time in seconds velocity in meter per second this is y axis this is x axis 1 2 3 4 5 6 8 9 हाँ जी बेटा इत्थे आपां गल करते हैं लेट अस सपोज मैं पहला रेस्ट ते सीगा आई वाज एट रेस्ट नो प्रॉब्लम मैं रेस्ट ते हाँ हुण मैं चलना शुरू किया पहले सैकेंड मेरी वेलोसिटी सी 1 मीटर पर सैकेंड
दूजे सैकेंड मेरी वेलोसिटी होगी 2 मीटर पर सेकंड, तीजे सैकेंड मेरी वेलोसिटी होगी 3 मीटर पर सेकंड, चौथे सैकेंड मेरी वेलोसिटी होगी 4 मीटर पर सेकंड, पंजवें सैकेंड मेरी वेलोसिटी होगी बेटा 5 मीटर पर सेकंड, छेवें सैकेंड मेरी वेलोसिटी होगी 6 मीटर पर सेकंड, सातवें सैकेंड मेरी वेलोसिटी होगी 7 मीटर पर सेकंड, 8th सैकेंड मेरी वेलोसिटी कम्स टू बी 8 मीटर पर सेकंड, 9th सैकेंड च मेरी वेलोसिटी कितनी होगी 9 मीटर पर सेकंड, 10th सैकेंड ते मेरी वेलोसिटी होगी 10 मीटर पर सेकंड, 11th सैकेंड ते मेरी वेलोसिटी होगी 11 मीटर पर सेकंड। ਤਾਂ ਜਦੋਂ ਮੈਂ ਇਹਨਾਂ ਸਾਰਿਆਂ ਨੂੰ ਬੇਟਾ ਜੁਆਇਨ ਕਰੂੰਗਾ and I will get a straight line ਜਿਹੜੀ ਹੌਰੀਜ਼ੌਂਟਲ ਨਾਲ ਕੋਈ ਐਂਗਲ ਬਣਾ ਰਹੀ ਆ, ਮਤਲਬ ਹੌਰੀਜ਼ੌਂਟਲ ਨਾਲ ਫਲੈਟ ਨਹੀਂ ਹੈਗੀ, ਇਹਦਾ ਮਤਲਬ ਇਟ ਹੈ ਸਮ ਸਲੋਪ। ਤੇ ਮੈਂ ਤੁਹਾਨੂੰ ਦੱਸਿਆ ਜਦੋਂ ਆਪਾਂ ਐਕਸਲਰੇਸ਼ਨ ਕੱਢਣੀ ਹੋਵੇ, ਐਕਸਲਰੇਸ਼ਨ ਇਜ਼ ਵਾਟ, ਚੇਂਜ in velocity upon time, or you can say change in time. We can say this point A, B, C, D, E, F, G, H and I ਇਹ ਕਹਿ ਸਕਦੇ ਹਾਂ। ਤਾਂ ਮੈਂ ਐਕਸਲਰੇਸ਼ਨ ਕੱਢ ਰਿਹਾ ਬਿਟਵੀਨ, ਇੱਥੇ ਆ ਵੈਸੇ ਇਹਨੂੰ ਆਪਾਂ ਮੰਨ ਲੈਂਦੇ ਆ you can say P, OP point OP, acceleration in OP, AOP, change in y-axis ਚ ਕਿੰਨਾ ਚੇਂਜ ਹੋ ਰਿਹਾ ਬੇਟਾ 0 ਤੋਂ 1 ਬਣ ਰਿਹਾ, ਮਤਲਬ 1 - 0। by change in x-axis ਕੀ ਹੋ ਰਿਹਾ 1 - 0। it is meter per second, it is second, so comes to be 1 meter per second square. Now acceleration between PA हाँ जी, y एक्सिस मतलब वेलोसिटी च चेंज करना आ रहा 2 हो रही है, पहला कितनी सी P ते 1 सीगी 2 - 1, टाइम च कितना चेंज हो रहा P ते टाइम कितना सी 1, A ते टाइम कितना सी 2 सेकंड 2 - 1, 1/1 मीटर पर सेकंड, सेकंड कम्स टू बी 1 मीटर पर सेकंड स्क्वायर। AB AB ਦੇ ਵਿੱਚ ਕੀ ਆ ਰਿਹਾ ਬੇਟਾ AB AB ਦੇ ਵਿੱਚ ਆ ਰਿਹਾ 3 - 2 by 3 - 2 1/1 मीटर पर सेकंड, सेकंड मीटर 1 मीटर पर सेकंड स्क्वायर। नाउ जे मैं ऐ करा C ते G ਇਹਦੇ ਸਾਰੇ ਦੇ ਵਿੱਚ ਮੈਂ ਐਕਸਲਰੇਸ਼ਨ ਕੱਢ ਕੇ ਦੇਖਾਂ, CG ਕਰਾਂ ਮੈਂ ਐਕਸਲਰੇਸ਼ਨ ਆਫ CG, acceleration between C and G, C G फाइनल हो गया ना बेटा। G ते वेलोसिटी कितनी है, G ते वेलोसिटी हैगी 8 माइनस C ते वेलोसिटी कितनी सी 4 बाय G ते टाइम कितना 8, C ते टाइम कितना 4, 4/4 मीटर पर सेकंड, सेकंड 1 मीटर पर सेकंड स्क्वायर। ਇਹਦਾ ਮਤਲਬ ਜੇ ਆਪਣੇ ਕੋਲ ਬੇਟਾ ਇਸ ਤਰ੍ਹਾਂ ਦੀ ਚੀਜ਼ ਆ ਗਈ ਨਾ, ਚਾਹੇ ਫਸਟ ਤੋਂ ਲੈ ਕੇ ਲਾਸਟ ਦੇ ਵੀ ਮੈਂ ਕੱਢ ਕੇ ਦੇਖ ਲਾਂ ਤਾਂ ਵੀ ਮੇਰੇ ਕੋਲ ਇੱਕੋ ਹੀ ਐਕਸਲਰੇਸ਼ਨ ਆਊ, ਇੱਕ ਤਰ੍ਹਾਂ ਦੀ ਐਕਸਲਰੇਸ਼ਨ ਆਊ, ਦੈਟ ਇਜ਼ 1 मीटर पर सेकंड स्क्वायर, दैट इज 1 मीटर पर सेकंड स्क्वायर। ਇਹਦਾ ਮਤਲਬ ਕਾਂਸਟੈਂਟ ਐਕਸਲਰੇਸ਼ਨ ਦਾ ਜਿਹੜਾ ਗ੍ਰਾਫ ਹੋਊਗਾ ਉਹ ਇਸ ਤਰ੍ਹਾਂ ਬਣੂਗਾ ਵੈਲੋਸਿਟੀ ਟਾਈਮ ਗ੍ਰਾਫ। ਨਾ ਇਹਦਾ ਮੈਂ ਐਕਸਲਰੇਸ਼ਨ ਕੱਢ ਲਈ, ਹੁਣ ਫਿਰ ਉਹੀ ਗੱਲ ਆਪਣੇ ਕੋਲ ਆ ਗਈ I ਤੱਕ ਸੀ ਨਾ, ਆਪਣਾ ਪੁਆਇੰਟ ਸੀ ਜਿਹੜਾ I ਤੱਕ। ਆਪਾਂ ਕਹਿੰਦੇ ਆ ਜੀ ਹੁਣ ਤੁਸੀਂ ਕੀ ਕਰੋ, डिस्टेंस कवर्ड कड्डो, की कड्डो डिस्टेंस कवर्ड। तो डिस्टेंस कवर्ड जेड़ा मैं तुहानू पहला भी दस चुकिया, डिस्टेंस कवर्ड इन वेलोसिटी एक्सलरेशन ग्राफ इज व्हाट, इट इज द एरिया अंडर द कर्व। आ सारा एरिया जेड़ा कर्व दे नीचे आ रहा बेटा, जे आपां
फाइंड आउट कर लिए ना तो आपां नूं की पता लग जूगा आपां नूं पता लग जू डिस्टेंस कवर्ड कितना एरिया। हुण देखो ये की बनी है इट इज अ ट्रायंगल तो डिस्टेंस कवर्ड बाय द बॉडी represented in graph is area of triangle O, इतना मैं एक नाम दे देना कोई क्यू आई ओ क्यू आई विच इज इक्वल टू हाँ जी एरिया ऑफ अ ट्राइंगल की होंगे हाफ इंटू बेस इंटू परपेंडिकुलर हाफ इंटू बेस इज 10 सेकेंड परपेंडिकुलर इज 10 मीटर पर सेकेंड फाइव 50 meter per second into seconds and second cancel out comes to be 50 meter. So distance during this kind of motion is 50 meter. तो उन्हें 50 मीटर का डिस्टेंस है जिहड़ा वो इस मोशन दे विच कवर कर लिया बिकॉज वी नो एरिया अंडर द कर्व गिव्स यू द डिस्टेंस कवर्ड। नैक्सट हुण जे मैं गल करां ਇਹ ਤਾਂ ਸੀ कांस्टेंट एक्सेलरेशन पॉजिटिव कांस्टेंट एक्सेलरेशन मतलब वेलोसिटी इज इंक्रीजिंग। हुण जे मैं गल करा वेलोसिटी इज डिक्रीजिंग मतलब ब्रेक वज रहे ने की वज रहे ने ब्रेक। पहला कोई बॉडी किसी सर्टेन वेलोसिटी उत्ते मूव कर रही सी हौली हौली वो कांस्टेंट वेलोसिटी नाल रुकन लग गई रिटार्डेशन होने लगी ब्रेक लग गए रिटार्डेशन होने लगी रुकन लगी उहदा ग्राफ किवें बनूगा। सो उहदा ग्राफ बेटा इस तरह बनू पिछला ग्राफ सी यूनीफॉर्म एक्सेलरेटेड मोशन हुण आपां बनावांगे यूनीफॉर्म रिटार्डेड मोशन किहदा ग्राफ बनावांगे पुत्र जी यूनीफॉर्म रिटार्डेड मोशन। मान लो कोई बॉडी पहले ही की कर रही सी मूव कर रही सी किसी सर्टेन वेलोसिटी नाल 10 मीटर पर सेकेंड की वेलोसिटी नाल जदों बेटा एक पहला मतलब वो 10 मीटर पर सेकेंड की वेलोसिटी नाल मूव कर रही सी एक सैकेंड लंघिया तो उन्हें कितना मूव करना शुरू किया 9 मीटर पर सैकेंड की वेलोसिटी नाल मतलब दूसरे सैकेंड ते उन्हें 9 मीटर पर सैकेंड की वेलोसिटी एक्वायर की। तीसरे सैकेंड ते क्योंकि वो ब्रेक ला रहा सी तो उन्हें 8 मीटर पर सैकेंड की वेलोसिटी एक्वायर की। चौथे सैकेंड ते बेटा उन्हें 7 मीटर पर सैकेंड की वेलोसिटी एक्वायर की। फिफ्थ सैकेंड ते उन्हें की किया 6 मीटर पर सैकेंड की। सिक्स्थ सैकेंड ते उन्हें 5 मीटर पर सैकेंड। सेवंथ 4 मीटर पर सेकेंड। एट्थ 3 मीटर पर सेकेंड। नाइन्थ 2 मीटर पर सेकेंड। 10th के उत्ते बेटा 1 मीटर पर सेकेंड एंड 11 सैकेंड उत्ते वो की कर गई स्टॉप कर गई। दिस इज द ग्राफ। हुण डीसैलरेशन हो रही है रिटार्ड हो रही है नाउ इनू मैं मान लेना ए पॉइंट बी सी डी ई एफ जी एच आई जे एंड के। हुण तुसीं चेक करोगे एक्सेलरेशन माइनस च आऊगी क्यों इनिशियल वेलोसिटी ज़्यादा है फाइनल वेलोसिटी की है बेटा जी घट है। इनिशियल वेलोसिटी ज़्यादा फाइनल वेलोसिटी घट है। दोबारा बनाओ ये एक होर पॉइंट लाओ इत्थे फस्ट सैकेंड ते मतलब सैकेंड का ना फस्ट सैकेंड ते एक होर लाओ इनू पी कह दो। चलो ए पी दे विच रिटार्डेशन कड्डांगे आपां की कड्डांगे बेटा ए पी च कितना रिटार्ड होया एक्सेलरेशन ड्यूरिंग ए टू पी v माइनस यू बाय टी चेंज इन टी बेसिकली v कितना उरे 9 है उरे v इज
9 ਇਹ 9 ਬੇਟਾ ਹੁਣ ਇੱਥੇ 20 ਆ ਕਿਉਂਕਿ ਮੋਸ਼ਨ ਕੀ ਹੋ ਰਹੀ ਆ ਰੁਕ ਰਹੀ ਹੈ 9 ਮਾਈਨਸ ਇਹ ਕੀ ਸੀ 10 ਬਾਏ ਇਹਦੇ ਵਿੱਚ ਕੀ 1 minus 0 comes to be minus 1 by 1 which is equal to minus 1 meter per second square ਐਵੇਂ ਤੁਸੀਂ PB BC CD ਸਾਰਿਆਂ ਦੀ ਕੱਢੋਗੇ ਤਾਂ you will find out minus 1 meter per second square ਠੀਕ ਹੈ ਤਾਂ ਬੇਟਾ ਇਹਦਾ ਕੀ ਮਤਲਬ ਹੈ ਇਹਦਾ ਮਤਲਬ ਆਪਣੇ ਕੋਲ ਆ ਗਿਆ ਵੀ ਜਿਹੜਾ ਤੁਸੀਂ ਇਹ ਕੀਤਾ ਆਪਾਂ ਨੇ ਗੱਲ ਕੀਤੀ ਹੈ ਇਹ ਚੀਜ਼ ਦੀ ਇਹ ਸਾਰੀ ਚੀਜ਼ ਆ ਜਿਹੜੀ यूनिफॉर्म रिटार्डेड मोशन है की है यूनिफॉर्म रिटार्डेड मोशन तो जे यूनिफॉर्म रिटार्डेड मोशन आ बेटा तो डिस्टेंस कवर्ड आप क्योंकि माइनस साइन आ माइनस साइन की शो इंडीकेट करता इतने माइनस साइन का मतलब कुछ होर नहीं है इतने जस्ट की आ भी इट इज अ रिटार्डेड मोशन एक रिटार्डेड मोशन रुक रही है क्योंकि 11 सैकेंड से उसकी वेलोसिटी 0 हो चुकी है ठीक है वैसे 10th सैकेंड ते होनी चाहिए सी ਇਹਦੀ वेलोसिटी 0 ਇਹਦੀ वेलोसिटी 0 10th सैकेंड ਤੇ ਹੋਣੀ ਚਾਹੀਦੀ ਸੀ ਬੇਟਾ ਫਿਰ ਆਪਾਂ ਇਹਨੂੰ यूनिफॉर्म ਕਹਿੰਦੇ ਕਿਉਂਕਿ ਉਧਰ ਮੈਂ ਇਹ ਆ ਫਸਟ ਮਿਸ ਕਰ ਗਿਆ ਸੀ ਨਾ ਇਹਦੇ ਕਰਕੇ ਆਪਾਂ ਉੱਥੇ 11 ਸੈਕਿੰਡ ਤੇ ਚਲੇ ਗਏ ਸੀ ਅਦਰਵਾਈਜ਼ ਇਹ 10th ਸੈਕਿੰਡ ਤੇ ਆਊਗੀ ਠੀਕ ਹੈ ਤਾਂ ਇਹ ਧਿਆਨ ਨਾਲ ਸਮਝਿਓ ਵੀ 0 ਸੈਕਿੰਡ ਤੇ 10 ਮੀਟਰ ਪਰ ਸੈਕਿੰਡ ਸੀ 9 ਸੈਕਿੰਡ ਤੇ 1 मीटर पर अपना 0 सैकेंड ते सीगी 10 मीटर पर सैकेंड फस्ट सैकेंड ते 9 मीटर पर सैकेंड 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 ते 8 दैन घटी गई यूनीफॉर्म ਉਹਦੇ ਨਾਲ ਘਟੀ गई ठीक है ਤਾਂ ਹੁਣ ਆਪਾਂ ਕਰਦੇ ਹਾਂ ਇਹਦੇ ਵਿੱਚ डिस्टेंस कवर्ड ਉਹੀ एरिया अंडर AOJ ट्राइंगल AOJ तो हाफ इंटू बेस is 10 into height is also 10 comes to be 50 meter per second नहीं 50 meter actually 50 meters ठीक है तो ही मैं तुहानूं कह रहा सी देखो मेरे तो भी गलती हो गई डायग्राम करके जे डायग्राम चंगी बनाओगे ना प्रॉपर बनाओगे आप ज़्यादा वड्डे ले ले सी है ना तो करके आपां नूं 1 का पता नहीं लग्या तो डायग्राम आपकी सोहनी बनाओ उहदे नाल गलती नहीं होनी ठीक है तो जे आप इत्थों तो उरे तक भी देखीए तो भी टोटल -1 च आऊगा देखो किवें जदों सीगा बेटा 10 मीटर पर सैकेंड जे आप A ते J दे विच कड्ढीए A to J दे विच एक्सलरेशन कड्ढीए किहदे विच कड्ढीए A to J एक्सलरेशन A to J कम्स टू बी फाइनल कितनी है बेटा 0 वेलोसिटी है 0 - 10 बाय 0 10 माइनस 0 क्यों 0 U सी 0 V सी 10 U सीगी फाइनल टाइम इनिशियल टाइम सीगा तो आ गया -10 by 10 कम्स टू बी -1 मीटर पर सैकेंड स्क्वायर ये चीज़ का ख्याल रखियो तो चाहे इस तरह की स्ट्रेट लाइन दे विच चाहे वो इस तरह जा रही है किसी मर्जी पॉइंट के एक्सलरेशन कढ़ लो थोड़े को आंसर सेम आऊगा चाहे 4 पॉइंट छड्ड के कढ़ लो चाहे इनिशियल तो फाइनल के कढ़ लो चाहे बहुत छोटे हिस्से के कढ़ लो सारे जी एक्सलरेशन आऊ -1 मीटर पर सैकेंड स्क्वायर -1 मीटर पर सैकेंड स्क्वायर ठीक है जी -1 मीटर पर सैकेंड स्क्वायर दिस इज कॉल्ड यूनीफॉर्म रिटार्डेशन हरेक पॉइंट के सेम तरह की एक्सलरेशन आ रही है बट घट के आ रही है रिटार्डेड आ रही है ठीक है जी सो ਇਹ ਸੀ बेटा 3 ग्राफ ਜਿਹੜੇ ਆਪਣੇ ਕੋਲ वेलोसिटी टाइम ग्राफ ਦੇ ग्राफ्स ਨੇਗੇ ਤੇ ਇਹਨਾਂ ਨੂੰ ਰੀਡ ਕਰਕੇ ਆਪਣੇ ਕੋਲ ਕੀ ਕੁਝ ਨਿਕਲਦਾ ਉਹ ਵੀ ਆਪਾਂ ਡਿਸਕਸ ਕੀਤਾ ਤਾਂ ਕੱਲ ਨੂੰ ਆਪਾਂ बेटा ਨੂਮੈਰੀਕਲ ਕਰਾਂਗੇ ਤੇ ਇੱਕ ਚੀਜ਼ ਹੋਰ ਕਰਾਂਗੇ ਆਪਾਂ ਅਗਲੇ ਦਿਨ ਉਹ ਹੈ ਰਿਲੇਸ਼ਨ ਬਿਟਵੀਨ डिस्टेंस you can say displacement velocity time and acceleration ये सारे रिलेशन कढ़ांगे 4 फिजिकल क्वांटिटीज ने चारे फिजिकल क्वांटिटी दे विच आपां की कढ़ांगे बेटा जी रिलेशन कढ़ांगे 3 रिलेशन बन गए किन्ने रिलेशन बन गए 3 रिलेशन उन्हां 3 रिलेशन नूं आपां की कहने आ इक्वेशनस ऑफ मोशन असल चो कोई इक्वेशन नहीं हैगी वो जस्ट रिलेशन ने इन्हां दे विच
ਤੇ ਉਹ ਬੜੇ ਸੌਖੇ ਨਿਕਲ ਜਾਣਗੇ। ਠੀਕ ਹੈ, ਉਦੋਂ ਬਾਅਦ ਆਪਣੀ ਜਿਹੜੀ ਸਾਰੀ 9th ਆ ਉਹਨਾਂ ਇਕੁਏਸ਼ਨ ਆਫ ਮੋਸ਼ਨ ਤੇ ਚੱਲੂਗੀ। ਮਤਲਬ ਮੋਸ਼ਨ ਇਜ਼ ਦਾ ਬੇਸਿਕ ਚੈਪਟਰ। ਜਿਹਨੂੰ ਇਹਦੇ ਟਰਮੀਨੋਲੋਜੀ ਨਹੀਂ ਪਤਾ ਲੱਗੀ ਹਜੇ ਤੱਕ, ਉਹਨੂੰ ਫਿਜ਼ਿਕਸ ਬਹੁਤ ਔਖੀ ਲੱਗਣ ਵਾਲੀ ਆ 9th ਕਲਾਸ ਦੀ। ਜੇ ਹਜੇ ਤੱਕ ਤੁਸੀਂ ਬਹੁਤ ਚੰਗੀ ਤਰ੍ਹਾਂ ਚੱਲ ਰਹੇ ਹੋ ਤਾਂ ਇਹਦਾ ਮਤਲਬ ਤੁਹਾਨੂੰ 9th ਕਲਾਸ ਦੀ ਫਿਜ਼ਿਕਸ ਬਹੁਤ ਸੌਖੀ ਲੱਗਣ ਵਾਲੀ ਆ। ਬਾਰ-ਬਾਰ ਇਹੀ ਚੀਜ਼ਾਂ ਯੂਜ਼ ਹੋ ਜਾਣਗੀਆਂ। ਤਾਂ ਇਹ ਆਪਾਂ ਕਰਾਂਗੇ ਬੇਟਾ ਡੇ ਆਫਟਰ ਟੁਮਾਰੋ, ਐਂਡ ਟੁਮਾਰੋ ਵੀ ਵਿਲ ਗੋ ਫॉर ਦਾ ਨੂਮੈਰੀਕਲਸ ਰਿਲੇਟਡ ਵਿਦ ਗ੍ਰਾਫਸ। ਠੀਕ ਹੈ, ਗ੍ਰਾਫਾਂ ਨਾਲ ਜਿੰਨੇ ਵੀ ਨੂਮੈਰੀਕਲ ਰਿਲੇਟਡ ਨੇ ਆਪਾਂ ਉਹ ਕਰਾਂਗੇ। ਥੈਂਕ ਯੂ, ਦਿਸ ਇਜ਼ ਆਲ ਫॉर ਟੂਡੇ। ਸਟੇ ਹੈਲਦੀ, ਸਟੇ ਸੇਫ।